ਆਮ ਹਕੀਮ ਨੇ ਜਿਹੜੇ ਵੈਦ ਨੇ ਉਹ ਪਹਿਲਾਂ ਨਾੜ ਫੜਦੇ ਆ ਜੀ ਤੇ ਤੁਸੀਂ ਮੈਨੂੰ ਲੱਗਦਾ ਚਿਹਰਾ ਦੇਖ ਕੇ ਦੱਸ ਦਿੰਦੇ ਹੋ ਭਾਈ ਵੀ ਤੈਨੂੰ ਤਾਂ ਆਹ ਪ੍ਰੋਬਲਮ ਆ ਕਮਜ਼ੋਰੀ ਹੈ ਤੇ ਉਹ ਨਾੜ ਦੇਖਣ ਦਾ ਕੀ ਮਕਸਦ ਹੁੰਦਾ ਹੈ ਜੀ? ਇਹਨੂੰ ਅਸੀਂ ਪਲਸ ਡਾਇਗਨੋਸਿਸ ਕਹਿੰਦੇ ਆ। ਇਹ ਜਿਹੜੀਆਂ ਤਿੰਨ ਉਂਗਲਾਂ ਨੇ ਇਹ ਵਾਤ ਪਿੱਤ ਕਫ ਤਿੰਨ ਉਂਗਲਾਂ ਨੇ ਔਰ ਇਹ ਤਿੰਨ ਉਂਗਲਾਂ ਦੇ ਵਿੱਚ ਅਸੀਂ ਅੱਗੇ ਪੰਜ ਕੁਆਡਰੈਂਟ ਬਣਾ ਲੈਂਦੇ ਆ। ਜਦੋਂ ਪੇਸ਼ੈਂਟ ਦੀ ਅਸੀਂ ਪਲਸ ਦੇਖਦੇ ਆ ਉਤੋਂ ਪਤਾ ਲੱਗ ਜਾਂਦਾ ਵੀ ਕਿੱਥੇ ਪੇਸ਼ੈਂਟ ਦੇ ਸਰੀਰ 'ਚ ਰੋਗ ਹੈ। ਭਾਰਤ ਦੇ ਵਿੱਚ ਬਾਲੀਵੁੱਡ ਪਾਲੀਵੁੱਡ ਤੇ ਕਈ ਜਾਨੀਆਂ ਮਾਨੀਆਂ ਹਸਤੀਆਂ ਜਿਨ੍ਹਾਂ ਦੇ ਨਾਮ ਇਹ ਪ੍ਰੋਗਰਾਮ ਦੇ ਵਿੱਚ ਲੈ ਦੇਣਗੇ। ਚੰਗੇ ਬੰਦੇ ਵੱਡੇ ਬੰਦੇ ਜਿਹੜੇ ਬੰਬੇ ਦੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਇਲਾਜ ਕਰ ਚੁੱਕੇ ਨੇ। ਆਯੁਰਵੇਦ ਇੰਨਾ ਪ੍ਰਭਾਵਸ਼ਾਲੀ ਕਿਉਂ ਹੈ? ਇਹ ਕਿੰਨੇ ਕੁ ਸਾਲਾਂ ਦੀ ਘਾਲਣਾ ਹੈ ਜੀ ਸਾਡੇ ਬਜ਼ੁਰਗਾਂ ਦੀ? ਇਹ ਜਦੋਂ ਧਰਤੀ ਤੇ ਲਾਈਫ ਸਟਾਰਟ ਹੋਈ ਤਾਂ 4 ਵੇਦ ਰਚੇ ਗਏ ਸੀ, ਲਿਖੇ ਗਏ ਸੀ, ਜਿਹਨੂੰ ਅਸੀਂ ਸਾਇੰਸ ਆਫ ਲਾਈਫ ਕਹਿੰਦੇ ਆ ਕਿ ਜੀਵਨ ਜੀਣਾ ਕਿਵੇਂ ਹੈ। ਜਿੱਥੇ ਤੱਕ ਆਯੁਰਵੈਦਿਕ ਟ੍ਰੀਟਮੈਂਟ ਦੀ ਗੱਲ ਹੁੰਦੀ ਹੈ, ਕਿਸੇ ਵੀ ਬਿਮਾਰੀ ਦਾ ਜਿਹੜਾ ਇਲਾਜ ਹੈ ਸਾਡਾ ਟ੍ਰੀਟਮੈਂਟ 4 ਹਿੱਸਿਆਂ 'ਚ ਕੀਤਾ ਜਾਂਦਾ ਹੈ। ਪਹਿਲਾ ਪਾਰਟ ਹੁੰਦਾ ਹੈ ਸੰਸ਼ੋਧਨ ਕਰਮ, ਜਿਹਦਾ ਮਤਲਬ ਹੁੰਦਾ ਅਸੀਂ ਬਾਡੀ ਨੂੰ ਐਕਸਟਰਨਲੀ ਔਰ ਇੰਟਰਨਲੀ ਡਿਟੌਕਸ ਕਰਦੇ ਹਾਂ, ਕਲੀਨ ਕਰਦੇ ਹਾਂ। ਸਾਡੇ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਹੈ ਆਯੁਰਵੇਦ ਦਾ ਇੱਕ ਦਵਾਖਾਨਾ ਮੌਜੂਦ ਹੈ ਜੀ। ਤੁਸੀਂ ਵੀ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹੋ ਜੀ? ਜੀ ਸਾਡੇ ਬਹੁਤ ਸਾਰੀ ਬਿਮਾਰੀਆਂ ਦੇ ਇਸ ਤਰ੍ਹਾਂ ਦੇ ਇਲਾਜ ਨੇ ਜਿਹੜੇ ਬੜੇ ਸਰਲ ਨੇ, ਸੌਖੇ ਨੇ, ਸਸਤੇ ਨੇ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਉਹ ਵੀ ਅੱਜ ਕੱਲ ਆਯੁਰਵੇਦ ਦੇ ਉੱਤੇ ਰਿਸਰਚ ਕਰ ਰਹੀ ਹੈ। ਕਿਸ ਪੱਧਰ ਤੱਕ ਰਿਸਰਚ ਜਾ ਚੁੱਕੀ? ਕਿੰਨੇ ਹਜ਼ਾਰਾਂ ਸਾਲਾਂ ਤੋਂ ਇਹ ਰਿਸਰਚ ਚੱਲੀ ਜਾਂਦੀ ਹੈ ਜੀ। ਜੀ ਤੇ ਅੱਜ WHO ਵੀ ਉਹਦੀ ਰਿਸਰਚ ਕਰ ਰਹੇ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਜਿਹੜੀ ਮੈਡੀਕਲ ਦਵਾਈਆਂ ਹੁੰਦੀਆਂ ਨੇ ਇਹਨਾਂ ਤੇ ਜਦੋਂ ਰਿਸਰਚ ਹੁੰਦੀ ਹੈ, ਇਹਦੇ ਉੱਪਰ ਰਿਸਰਚ ਦੇ ਉੱਪਰ ਲਗਭਗ ਕੋਈ 200 ਤੋਂ ਲੈ ਕੇ 500 ਮਿਲੀਅਨ ਡਾਲਰ ਖਰਚਾ ਆਉਂਦਾ ਹੈ। ਟੇਕ ਕੇਅਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅੱਜ ਤੁਸੀਂ ਬੜੇ ਖੁਸ਼ ਵੀ ਹੋਣੇ ਚਾਹੀਦੇ ਹੋ ਔਰ ਹੈਰਾਨ ਵੀ ਹੋਣੇ ਚਾਹੀਦੇ ਹੋ ਕਿ ਅਸੀਂ ਅੱਜ ਬਰੈਂਪਟਨ ਸਟੂਡੀਓ ਦੇ ਵਿੱਚ ਟ੍ਰੈਡੀਸ਼ਨਲ ਬੰਦੇ ਨੂੰ ਯਾਨੀ ਕਿ ਆਯੁਰਵੇਦ ਦੇ ਮਾਹਰ ਨੂੰ ਸੱਦਿਆ ਆ। ਆਯੁਰਵੇਦ ਦੇ ਮਾਹਰ ਉਹਨੇ ਜੀ ਜਿਨ੍ਹਾਂ ਦੀਆਂ 4 ਪੀੜ੍ਹੀਆਂ ਆਯੁਰਵੇਦ ਰਾਹੀਂ ਲੋਕਾਂ ਦੀ ਸੇਵਾ ਕਰ ਰਹੀਆਂ ਨੇ। ਮੇਰੀ ਮੁਰਾਦ ਹੈ ਵੈਦ ਹਰੀਸ਼ ਵਰਮਾ ਜੀ ਤੋਂ। ਵੈਦ ਹਰੀਸ਼ ਵਰਮਾ ਜੀ ਉਹ ਸ਼ਖਸ ਨੇ ਜੀ ਜਦੋਂ ਬਰੈਂਪਟਨ ਦੇ ਵਿੱਚ ਅਸੀਂ ਸਟੂਡੀਓ ਓਪਨ ਕੀਤਾ, ਟੀਵੀ ਚੈਨਲ ਅਸੀਂ ਸਾਰੇ ਪਾਸੇ ਚਲਾਇਆ। ਇੱਥੇ ਲਗਭਗ ਤੁਸੀਂ ਹੁਣ ਹਰ ਪਲੇਟਫਾਰਮ ਦੇ ਉੱਤੇ D5 ਪੰਜਾਬੀਜ਼ ਦੇ ਨਾਮ ਤੋਂ ਟੀਵੀ ਦੇਖ ਸਕੋਗੇ। ਤੇ ਉਹਨਾਂ ਨੇ ਇੰਨਾ ਉਤਸ਼ਾਹਿਤ ਕੀਤਾ, ਮੈਨੂੰ ਇਹ ਲੱਗਿਆ ਕਿ ਇਸ ਸ਼ਖਸ ਦੇ ਵਿੱਚ ਇੰਨੀ ਪੋਜ਼ਿਟਿਵ ਐਨਰਜੀ ਹੈ ਵੈਦ ਜੀ ਦੇ ਵਿੱਚ, ਤੇ ਕਿਉਂ ਨਾ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹਨਾਂ ਦੇ ਰੂਬਰੂ ਕਰਵਾਈਏ। ਸੋ ਵੈਦ ਹਰੀਸ਼ ਵਰਮਾ ਜੀ ਦਾ ਅਸੀਂ ਰਲ ਮਿਲ ਕੇ ਸਾਰੇ ਜਣੇ ਸਵਾਗਤ ਕਰਦੇ ਹਾਂ। ਵੈਦ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਅਰਵਿੰਦਰ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਦ ਵਰਮਾ ਜੀ ਦੇ ਬਾਰੇ ਮੈਂ ਇੱਕ ਚੀਜ਼ ਦੱਸ ਦਿੰਦਾ ਜੀ ਕਿ ਇਹ ਭਾਰਤ ਦੇ ਵਿੱਚ ਬਾਲੀਵੁੱਡ ਪਾਲੀਵੁੱਡ ਤੇ ਕਈ ਜਾਨੀਆਂ ਮਾਨੀਆਂ ਹਸਤੀਆਂ ਜਿਨ੍ਹਾਂ ਦੇ ਨਾਮ ਇਹ ਪ੍ਰੋਗਰਾਮ ਦੇ ਵਿੱਚ ਲੈ ਦੇਣਗੇ। ਚੰਗੇ ਬੰਦੇ ਵੱਡੇ ਬੰਦੇ ਜਿਹੜੇ ਬੰਬੇ ਦੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਇਲਾਜ ਕਰ ਚੁੱਕੇ ਨੇ। ਤੇ ਉਹਦੇ ਤੋਂ ਇਲਾਵਾ ਹੁਣ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਇਹ ਬੈਸਟ ਆਯੁਰਵੇਦਾ ਕਲੀਨਿਕ ਚਲਾ ਰਹੇ ਨੇ ਤੇ ਉੱਥੇ ਵੀ ਇਹ ਆਯੁਰਵੇਦ ਰਾਹੀਂ ਸੇਵਾ ਹੀ ਕਰ ਰਹੇ ਨੇ ਜੀ ਲੋਕਾਂ ਦੀ। ਤੇ ਇਸ ਵੇਲੇ ਬੜਾ ਇੰਪੋਰਟੈਂਟ ਇੱਕ ਪ੍ਰੋਜੈਕਟ ਲੈ ਕੇ ਆਏ ਨੇ, ਇਹ ਇੱਕ ਬੜਾ ਵਧੀਆ ਕੋਰਸ ਲੈ ਕੇ ਆਏ ਨੇ। ਉਹਦੇ ਬਾਰੇ ਵੀ ਦੱਸਦੇ ਰਹਾਂਗੇ ਤੁਹਾਨੂੰ ਅਸੀਂ, ਜਿਹਦੇ ਨਾਲ ਕਿ ਇਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਸਾਹ ਆਊਗਾ। ਕੈਨੇਡਾ ਦਾ ਬਰੈਂਪਟਨ ਖਾਸ ਕਰਕੇ ਬਹੁਤ ਤੇਜ਼ ਸ਼ਹਿਰ ਮੰਨਿਆ ਜਾਂਦਾ ਜੀ। ਪਰ ਅਸੀਂ ਸ਼ੁਰੂਆਤ ਕਰਦੇ ਹਾਂ ਵੈਦ ਜੀ, ਅਸੀਂ ਆਯੁਰਵੇਦ ਤੋਂ ਸ਼ੁਰੂਆਤ ਕਰਨੀ ਚਾਹ ਰਹੇ ਹਾਂ। ਆਯੁਰਵੇਦ ਇੰਨਾ ਪ੍ਰਭਾਵਸ਼ਾਲੀ ਕਿਉਂ ਹੈ? ਇਹ ਕਿੰਨੇ ਕੁ ਸਾਲਾਂ ਦੀ ਘਾਲਣਾ ਹੈ ਜੀ ਸਾਡੇ ਬਜ਼ੁਰਗਾਂ ਦੀ? ਇਹ ਦੇਖੋ, ਆਯੁਰਵੇਦ ਜਿਹੜਾ ਹੈ ਇਹ ਦੁਨੀਆ ਦਾ ਓਲਡੈਸਟ ਮੈਡੀਕਲ ਸਿਸਟਮ ਹੈ। ਜਦੋਂ ਧਰਤੀ ਤੇ ਲਾਈਫ ਸਟਾਰਟ ਹੋਈ ਤਾਂ 4 ਵੇਦ ਰਚੇ ਗਏ ਸੀ, ਲਿਖੇ ਗਏ ਸੀ। ਰਿਗਵੇਦ, ਯਜੁਰਵੇਦ, ਸਾਮਵੇਦ ਔਰ ਅਥਰਵਵੇਦ। ਅਥਰਵਵੇਦ ਦਾ ਪਾਰਟ ਹੈ ਇੱਕ ਆਯੁਰਵੇਦ, ਜਿਹਨੂੰ ਅਸੀਂ ਸਾਇੰਸ ਆਫ ਲਾਈਫ ਕਹਿੰਦੇ ਆ ਕਿ ਜੀਵਨ ਜੀਣਾ ਕਿਵੇਂ ਹੈ। ਇਨਸਾਨ ਨੇ ਧਰਤੀ ਤੇ ਆ ਕੇ ਆਪਣਾ ਜੀਵਨ ਜੀਣਾ ਕਿਵੇਂ ਹੈ। ਜੇ ਉਹਨੂੰ ਜੀਵਨ ਦੇ ਵਿੱਚ ਕੋਈ ਤਕਲੀਫ ਹੋ ਗਈ, ਕੋਈ ਬਿਮਾਰੀ ਆ ਗਈ ਤਾਂ ਉਹਨੂੰ ਕਿਵੇਂ ਉਹਦਾ ਉਪਾਅ ਕਰਨਾ ਹੈ, ਜਾਂ ਬਿਮਾਰੀ ਆਵੇ ਨਾ, ਪ੍ਰੀਵੈਂਟਿਵ ਮੈਡੀਸਨ ਉਹਦਾ ਉਹਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦਾ ਵਰਣਨ ਆਯੁਰਵੇਦ 'ਚ ਦਿੱਤਾ ਗਿਆ ਜੀ। ਤੇ ਵੈਦ ਜੀ ਯੋਗਾ ਹੋ ਗਿਆ ਜਾਂ ਫੂਡ ਡਾਈਟਸ ਹੋ ਗਈਆਂ ਜਾਂ ਸਾਡੀ ਅਸੀਂ ਟ੍ਰੈਡੀਸ਼ਨਲ ਕਿਚਨ ਜਿਹਨੂੰ ਕਹਿ ਦਿੰਦੇ ਹਾਂ, ਅਸੀਂ ਪਹਿਲਾਂ ਵੀ ਟੇਕ ਕੇਅਰ ਪ੍ਰੋਗਰਾਮ ਦੇ ਵਿੱਚ ਟ੍ਰੈਡੀਸ਼ਨਲ ਕਿਚਨ ਦੇ ਉੱਤੇ ਬਹੁਤ ਪ੍ਰੋਗਰਾਮ ਕੀਤੇ ਹੋਏ ਨੇ। ਉਹ ਸਾਡੇ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਹੈ ਆਯੁਰਵੇਦ ਦਾ ਇੱਕ ਦਵਾਖਾਨਾ ਮੌਜੂਦ ਹੈ ਜੀ। ਤੁਸੀਂ ਵੀ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹੋ ਜੀ? ਜੀ ਬੇਸਿਕਲੀ
ਜਿੱਥੇ ਤੱਕ ਆਯੁਰਵੈਦਿਕ ਟ੍ਰੀਟਮੈਂਟ ਦੀ ਗੱਲ ਹੁੰਦੀ ਹੈ, ਕਿਸੇ ਵੀ ਬਿਮਾਰੀ ਦਾ ਜਿਹੜਾ ਇਲਾਜ ਹੈ, ਸਾਡਾ ਟ੍ਰੀਟਮੈਂਟ 4 ਹਿੱਸਿਆਂ 'ਚ ਕੀਤਾ ਜਾਂਦਾ ਹੈ। ਪਹਿਲਾ ਪਾਰਟ ਹੁੰਦਾ ਹੈ ਸੰਸ਼ੋਧਨ ਕਰਮ, ਜਿਹਦਾ ਮਤਲਬ ਹੁੰਦਾ ਅਸੀਂ ਬਾਡੀ ਨੂੰ ਐਕਸਟਰਨਲੀ ਔਰ ਇੰਟਰਨਲੀ ਡਿਟੌਕਸ ਕਰਦੇ ਹਾਂ, ਕਲੀਨ ਕਰਦੇ ਹਾਂ। ਦੂਜਾ ਪਾਰਟ ਹੁੰਦਾ ਹੈ ਦਵਾਈਆਂ, ਜਿਹੜੀਆਂ ਸਪੈਸੀਫਿਕ ਦਵਾਈਆਂ ਨੇ। ਕੋਈ ਵੀ ਰੋਗ ਹੈ ਜਿਹੜਾ ਉਹਦੀ ਸਪੈਸੀਫਿਕ ਇਲਾਜ ਦੱਸਿਆ ਗਿਆ ਹੈ, ਉਹਦੀਆਂ ਦਵਾਈਆਂ ਨੇ, ਚਾਹੇ ਉਹ ਗੋਲੀ ਹੈ, ਚਾਹੇ ਸਿਰਪ ਹੈ, ਚਾਹੇ ਕਾੜਾ ਹੈ, ਚਾਹੇ ਚੂਰਨ ਹੈ, ਚਾਹੇ ਵਟੀ ਹੈ, ਚਾਹੇ ਆਸਵ ਹੈ, ਚਾਹੇ ਘ੍ਰਿਤ ਹੈ, ਚਾਹੇ ਤੇਲ ਨੇ। ਬਹੁਤ ਸਾਰੀਆਂ ਪ੍ਰੈਪਰੇਸ਼ਨਸ ਆਯੁਰਵੇਦ 'ਚ ਹੁੰਦੀਆਂ ਨੇ ਦਵਾਈਆਂ ਦੀਆਂ। ਉਹ ਦੂਜਾ ਪਾਰਟ ਹੈ। ਤੀਜਾ ਪਾਰਟ, ਅਹਿਮ ਪਾਰਟ ਹੁੰਦਾ ਹੈ ਡਾਈਟ, ਜਿਹਨੂੰ ਅਸੀਂ ਆਹਾਰ ਕਹਿੰਦੇ ਹਾਂ, ਕਿ ਹਰ ਵਿਅਕਤੀ ਦੀ ਪ੍ਰਕਿਰਤੀ ਦੇ ਮੁਤਾਬਕ, ਹਰ ਰੋਗ ਦੇ ਮੁਤਾਬਕ ਉਹਦਾ ਇੱਕ ਸਪੈਸੀਫਿਕ ਫੂਡ ਦੱਸਿਆ ਜਾਂਦਾ ਵੀ ਤੁਸੀਂ ਆਹ ਖਾਣਾ ਹੈ, ਆਹ ਨਹੀਂ ਖਾਣਾ। ਜਿਵੇਂ ਕਿਸੇ ਦਾ ਪੇਟ ਖਰਾਬ ਹੋ ਗਿਆ, ਲੂਜ਼ ਮੋਸ਼ਨ ਹੈ, ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਤੁਸੀਂ ਖਿਚੜੀ ਖਾਓ। ਜਾਂ ਕਿਸੇ ਨੂੰ ਉਲਟੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਕਹੀਦਾ ਵੀ ਤੁਸੀਂ ਸਿਰਫ ਅਜੇ ਪਾਣੀ ਪੀਣਾ, ਜ਼ਿਆਦਾ ਕੋਈ ਹੈਵੀ ਚੀਜ਼ ਨਹੀਂ ਖਾਣੀ। ਇਸ ਤਰ੍ਹਾਂ ਹਰ ਚੀਜ਼ ਦਾ ਮਤਲਬ, ਹਰ ਬਿਮਾਰੀ ਬਾਰੇ ਇੱਕ ਸਪੈਸੀਫਿਕ ਡਾਈਟ ਦਾ ਵਰਣਨ ਦਿੱਤਾ ਗਿਆ ਆਯੁਰਵੇਦ 'ਚ। ਔਰ ਚੌਥਾ ਪਾਰਟ ਜਿਹੜਾ ਹੁੰਦਾ ਹੈ ਉਹ ਹੈ ਲਾਈਫ ਸਟਾਈਲਸ ਰੈਗੂਲੇਸ਼ਨ, ਕਿ ਤੁਸੀਂ ਆਪਣਾ ਜਿਹੜੇ ਤੁਹਾਡੇ ਲਾਈਫ ਸਟਾਈਲ ਨੇ, ਤੁਹਾਡਾ ਜਿਹੜਾ ਜੀਣ ਦਾ ਤਰੀਕਾ ਹੈਗਾ, ਉਹਦੇ ਵਿੱਚ ਕੀ ਕੀ ਬਦਲਾਵ ਕਰਨੇ ਨੇ। ਜੇ ਕਿਸੇ ਨੂੰ ਕੋਈ ਸਟ੍ਰੈਸ ਜ਼ਿਆਦਾ ਹੈ, ਕਿਸੇ ਨੂੰ ਕੋਈ ਮੈਂਟਲ ਹੈਲਥ ਦੇ ਇਸ਼ੂ ਨੇ, ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਵੀ ਤੁਸੀਂ ਆਹ ਚੀਜ਼ ਕਰਨੀ ਹੈ, ਆਹ ਨਹੀਂ ਕਰਨੀ। ਸੋ ਆਯੁਰਵੇਦ 'ਚ ਫੂਡ ਦਾ ਬਹੁਤ ਬੜਾ ਰੋਲ ਹੈ। ਔਰ ਜਿੱਥੇ ਤੱਕ ਤੁਸੀਂ ਕਿਚਨ ਦੀ ਗੱਲ ਕੀਤੀ ਹੈ, ਜਿਹੜੀ ਕਿਚਨ ਹੁੰਦੀ ਹੈ ਆਯੁਰਵੈਦਿਕ ਐਂਗਲ ਨਾਲ ਇੱਕ ਛੋਟੀ ਫਾਰਮੇਸੀ ਹੈ ਹਰ ਘਰ ਦੇ ਵਿੱਚ। ਜਿਵੇਂ ਅਸੀਂ ਬਹੁਤ ਸਾਰੇ, ਤਕਰੀਬਨ ਕੋਈ 50-60 ਇਨਗਰੀਡੀਐਂਟਸ ਐਸੇ ਨੇ ਕਿਚਨ ਦੇ ਵਿੱਚ, ਇੰਡੀਅਨ ਕਿਚਨ 'ਚ, ਉਹ ਐਸੇ ਨੇ ਜਿਨ੍ਹਾਂ ਦੀ ਡਿਟੇਲ ਜੇ ਕਿਸੇ ਨੇ ਜਾਣਨੀ ਹੈ ਤਾਂ ਉਹ ਆਯੁਰਵੇਦ ਦੇ ਗ੍ਰੰਥਾਂ ਤੋਂ ਹੀ ਪਤਾ ਲੱਗਦੀ ਹੈ। ਜਿਵੇਂ ਫੋਰ ਐਗਜ਼ਾਮਪਲ ਅਸੀਂ ਚਾਹ ਦੇ ਵਿੱਚ ਲੌਂਗ ਉਬਾਲ ਕੇ ਪੀਂਦੇ ਹਾਂ, ਜਾਂ ਕਈ ਵਾਰ ਛੋਟੀ ਇਲਾਇਚੀ ਪਾਉਂਦੇ ਹਾਂ। ਉਹ ਕਿਉਂ ਪਾਉਂਦੇ ਹੈ, ਇਹਦਾ ਜੇ ਕਾਰਨ ਜਾਣਨਾ ਹੈ, ਤੁਹਾਨੂੰ ਆਯੁਰਵੇਦ ਦੀ ਕਿਤਾਬ ਪੜ੍ਹਨੀ ਪਊਗੀ। ਜੇ ਤੁਸੀਂ ਚੌਲਾਂ ਦੇ ਵਿੱਚ ਲੌਂਗ ਪਾਉਂਦੇ ਹੋ, ਚੌਲਾਂ ਦੇ ਵਿੱਚ ਤੇਜ ਪੱਤਾ ਪਾਉਂਦੇ ਹੋ, ਕਰੀ ਲੀਵਸ ਦਾ ਯੂਜ਼ ਕਰਦੇ ਹੋ, ਉਹ ਕਿਉਂ ਕਰਦੇ ਹੋ, ਉਹਦੇ ਲਈ ਤੁਹਾਨੂੰ ਆਯੁਰਵੇਦ ਦੀ ਕਿਤਾਬ ਪੜ੍ਹਨੀ ਪਏਗੀ। ਇਸ ਤਰ੍ਹਾਂ ਆਯੁਰਵੈਦਿਕ ਜਿਹੜੀ ਕਿਚਨ ਹੈ, ਇੰਡੀਅਨ ਕਿਚਨ, ਇਹ ਇੱਕ ਤਰ੍ਹਾਂ ਦੀ ਛੋਟੀ ਫਾਰਮੇਸੀ ਹੀ ਮੰਨੀ ਜਾਂਦੀ ਹੈ। ਸੋ ਵੈਦ ਜੀ, ਬੜੀ ਕਮਾਲ ਦੀ ਗੱਲ ਹੈ। ਸਾਡੀਆਂ ਤਾਂ ਬੀਬੀਆਂ, ਬੁੜੀਆਂ, ਮਾਵਾਂ, ਭੈਣਾਂ ਸਾਰੀਆਂ ਮੈਨੂੰ ਲੱਗਦਾ ਅੱਧੀਆਂ ਕੁ ਤਾਂ ਆਯੁਰਵੇਦ ਦੀਆਂ ਡਾਕਟਰ ਬਣੀਆਂ ਹੋਈਆਂ ਨੇ ਜੀ। ਤੇ ਪਰ ਇਹ ਪੱਛਮੀ ਦੇਸ਼ਾਂ ਦੇ ਵਿੱਚ, ਤੁਸੀਂ ਹੁਣ ਬਰੈਂਪਟਨ ਹੋ, ਕੈਨੇਡਾ ਹੋ, ਮੈਂ ਤੁਹਾਡਾ ਦੇਖਿਆ ਕਲੀਨਿਕ ਦੇ ਵਿੱਚ ਵੀ, ਜਿੱਦਣ ਤੁਸੀਂ ਕਲੀਨਿਕ ਲਾਉਂਦੇ ਹੋ ਉਦਣ ਵੀ ਪੇਸ਼ੈਂਟ ਆਇਆ ਹੁੰਦਾ ਆ। ਸੋ ਵੈਸਟਰਨ ਵਰਲਡ ਦੇ ਵਿੱਚ ਤੁਹਾਨੂੰ ਆ ਕੇ ਕਿੱਦਾਂ ਦਾ ਲੱਗ ਰਿਹਾ ਕਿ ਆਯੁਰਵੇਦ ਕਿੱਦਾਂ ਦਾ ਪ੍ਰਭਾਵ ਪਾ ਰਿਹਾ ਇੱਥੇ ਲੋਕਾਂ ਤੇ? ਦੇਖੋ, ਜਿੱਥੇ ਤੱਕ ਆਯੁਰਵੇਦ ਪੂਰੀ ਦੁਨੀਆ ਦੇ ਵਿੱਚ ਇਹਦਾ ਸਿੱਕਾ ਅੱਜ ਕੱਲ੍ਹ ਚੱਲ ਰਿਹਾ, ਤੁਸੀਂ ਦੇਖਿਆ ਵੀ ਆਫ ਲੇਟ ਆਯੁਰਵੇਦਾ ਦੀ ਬਹੁਤ ਪਪੂਲੈਰਿਟੀ ਵੱਧ ਗਈ ਹੈ। ਸਿਰਫ ਭਾਰਤ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਆਯੁਰਵੇਦ ਦਾ ਬਹੁਤ ਪ੍ਰਚਾਰ ਹੈ। ਇਹਦੇ 2-3 ਕਾਰਨ ਨੇ। ਇੱਕ ਤਾਂ ਮੈਡੀਕਲ ਰਿਸਰਚਰਸ ਜਿੰਨੇ ਵੀ ਦੁਨੀਆ ਦੇ ਵਿੱਚ ਨੇ, ਉਹ ਆਯੁਰਵੇਦ ਵੱਲ ਦੇਖ ਰਹੇ ਨੇ। ਉਹਨਾਂ ਦੀ ਪੂਰੀ ਨਿਗਾਹ ਹੈ ਵੀ ਆਯੁਰਵੇਦ 'ਚ ਇਹਦੀ ਬਿਮਾਰੀ ਦਾ, ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਕਿਵੇਂ ਇਲਾਜ ਕੀਤਾ ਜਾਂਦਾ ਹੈ। ਕਿਉਂਕਿ ਜੇ ਆਪਾਂ ਦੇਖੀਏ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਐਲੋਪੈਥਿਕ ਦੇ ਵਿੱਚ ਪੂਰੇ ਇਲਾਜ ਨਹੀਂ ਹੈ ਜੀ। ਜਿਵੇਂ ਕੋਈ ਇੱਕ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਜੇ ਉਹ ਬਿਮਾਰੀ 3 ਮਹੀਨੇ ਤੋਂ ਜ਼ਿਆਦਾ ਕ੍ਰਾਸ ਕਰ ਜਾਵੇ, ਉਹਦਾ ਇਲਾਜ ਹੀ ਨਹੀਂ ਹੁੰਦਾ। ਜਿਵੇਂ ਕਿਸੇ ਨੂੰ ਰੋਮੇਟਾਇਡ ਆਰਥਰਾਈਟਿਸ ਹੋ ਗਿਆ, ਗਠੀਆ ਹੋ ਗਿਆ, ਉਹ ਡਾਕਟਰ ਕਹਿੰਦੇ ਤੁਸੀਂ ਦਵਾਈ ਖਾਈ ਚਲੋ, ਪੇਨ ਕਿਲਰ। ਹੁਣ ਕਿਸੇ ਨੂੰ ਅਸਥਮਾ ਹੋ ਗਿਆ, ਉਹ ਇਨਹੇਲਰ ਦੇ ਦਿੰਦੇ ਨੇ, ਖਾਈ ਚਲੋ, ਲਈ ਚਲੋ ਇਨਹੇਲਰ। ਇਸ ਤਰ੍ਹਾਂ ਹੀ ਜੇ ਕਿਸੇ ਨੂੰ ਡਾਇਬੀਟੀਜ਼ ਹੋ ਗਈ, ਗੋਲੀ ਇੱਕ ਵਾਰ ਸ਼ੁਰੂ ਹੋ ਗਈ, ਚੱਲੀ ਚੱਲੋ। ਔਰ ਜਿਹੜੀ ਬਿਮਾਰੀ ਦਾ ਇਲਾਜ ਸ਼ੁਰੂ ਹੋ ਗਿਆ ਐਲੋਪੈਥੀ 'ਚ, ਉਹ ਦਵਾਈ ਬੰਦ ਨਹੀਂ ਹੁੰਦੀ। ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਐਲੋਪੈਥਿਕ ਦਾ ਟ੍ਰੀਟਮੈਂਟ 'ਚ ਨਹੀਂ ਹੁੰਦੇ, ਤਾਂ ਉਹਦੇ ਲਈ ਮੈਡੀਕਲ ਰਿਸਰਚਰਸ ਵੀ, ਦੁਨੀਆ ਵੀ, ਆਮ ਆਦਮੀ ਵੀ, ਉਹ ਸੋਲਿਊਸ਼ਨ ਦੇਖਣ ਲਈ ਆਯੁਰਵੇਦ ਵੱਲ ਦੇਖ ਰਿਹਾ। ਔਰ ਆਯੁਰਵੇਦ ਦੇ ਵਿੱਚ ਫੋਰਚੂਨੇਟਲੀ ਸਾਡੇ ਬਹੁਤ ਸਾਰੀ ਬਿਮਾਰੀਆਂ ਦੇ ਇਸ ਤਰ੍ਹਾਂ ਦੇ ਇਲਾਜ ਨੇ ਜਿਹੜੇ ਬੜੇ ਸਰਲ ਨੇ, ਸੌਖੇ ਨੇ, ਸਸਤੇ ਨੇ, ਔਰ ਬਹੁਤ ਈਜ਼ੀਲੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਉਹ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਜੀ। ਤੇ ਵੈਦ ਜੀ, ਬੜੀ ਇੱਕ ਹੋਰ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਕੋਸਕੋ ਦੇ ਵਿੱਚ ਚਲੇ ਜਾਈਏ, ਵਾਲਮਾਰਟ ਚਲੇ ਜਾਈਏ, ਜਾਂ ਜਿੰਨੇ ਵੱਡੇ ਸਟੋਰ ਨੇ ਜੀ ਉਹਨਾਂ ਚਲੇ ਜਾਈਏ ਅੱਜ ਕੱਲ੍ਹ, ਜਿਹੜੇ ਕਿ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਖਾਸ ਕਰਕੇ ਨੇ,
ਤੇ ਉੱਥੇ ਵੀ ਹਲਦੀ ਡੱਬੀਆਂ 'ਚ ਪਾਈ ਹੋਈ ਆ ਜੀ ਕਿ ਜੀ ਆਹ ਹਲਦੀ ਦੇ ਕੈਪਸੂਲ ਨੇ, ਆਹ ਬਦਾਮਾਂ ਦੇ ਨੇ ਜੀ, ਆਹ ਫਲਾਣੇ ਦੇ ਨੇ ਜੀ, ਆਹ ਢਮਕੇ ਦੇ ਨੇ। ਜੀ। ਸੋ ਮੈਨੂੰ ਲੱਗਦਾ ਹੈ ਕਿ ਬੜੀ ਛੇਤੀ ਇਹ ਚੀਜ਼ ਮੋਨੇਟਾਈਜ਼ ਕੀਤੀ ਜਾ ਰਹੀ ਹੈ, ਇਹ ਕਾਰਪੋਰੇਟ ਵਰਲਡ ਦੇ ਵਿੱਚ ਸ਼ਿਫਟ ਹੋ ਰਿਹਾ ਜੀ ਆਯੁਰਵੇਦ ਦੇ ਫੂਡ ਸਪਲੀਮੈਂਟਸ। ਬਿਲਕੁਲ ਬਿਲਕੁਲ। ਇਹਦੇ ਚ ਦੇਖੋ, ਜਿਹੜੀ ਹਲਦੀ ਤੁਸੀਂ ਕਹਿੰਦਾ ਕਿ ਡੱਬੀ ਚ ਪਾਈ ਜਾਂਦੀ ਹੈ, ਮੈਂ ਇੱਥੇ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਹਲਦੀ ਆਪਾਂ ਕਿਚਨ 'ਚ ਯੂਜ਼ ਕਰਦੇ ਹਾਂ ਉਹਦੇ ਵਿੱਚ 95% ਫਾਈਬਰਸ ਹੁੰਦੇ ਨੇ। ਆਪਾਂ ਜਿਹੜੀਆਂ ਹਲਦੀ ਦੀਆਂ ਗੱਠਾਂ ਲਿਆ ਕੇ ਉਹਨੂੰ ਪੀਸ ਲੈਂਦੇ ਹਾਂ, ਉਹਦੇ 'ਚ ਥੋੜਾ ਵੁਡਨ ਪਾਰਟੀਕਲ ਹੁੰਦੇ ਨੇ, ਫਾਈਬਰ ਹੁੰਦੇ ਨੇ ਉਹਦੇ 'ਚੋਂ। ਜਦੋਂ ਅਸੀਂ ਐਕਟਿਵ ਇਨਗਰੀਡੀਐਂਟ ਹੈ ਹਲਦੀ ਦੇ ਵਿੱਚ, ਇੱਕ ਐਕਟਿਵ ਮੋਲੀਕਿਊਲ ਹੁੰਦਾ, ਉਹਨੂੰ ਅਸੀਂ ਕਰਕੂਮਿਨ ਕਹਿੰਦੇ ਹਾਂ। ਅੱਜ ਕੱਲ੍ਹ ਬੜਾ ਪਪੂਲਰ ਹੈ ਕਰਕੂਮਿਨ, ਤੁਸੀਂ ਗੂਗਲ ਤੇ ਜਾ ਕੇ ਸਰਚ ਕਰੋ ਕਰਕੂਮਿਨ ਤਾਂ ਤੁਹਾਨੂੰ ਬਹੁਤ ਸਾਰੀ ਰਿਸਰਚ ਮਿਲੇਗੀ ਜਿਹਦੇ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਕਰਕੂਮਿਨ ਹੈ ਇਹ ਐਂਟੀ ਇਨਫਲੇਮੇਟਰੀ ਹੈ, ਐਂਟੀ ਐਲਰਜਿਕ ਹੈ, ਈਵਨ ਐਂਟੀ ਕੈਂਸਰ ਹੈ। ਸੋ ਕਰਕੂਮਿਨ ਨੂੰ ਜਦੋਂ ਅਸੀਂ ਉਹਦੇ ਚੋਂ ਡਰਾਈਵ ਕਰਦੇ ਹਾਂ ਤਾਂ 5% ਹੀ ਸਾਡੇ ਪੱਲੇ ਜਿਹੜੀ ਐਕਟਿਵ ਦਵਾਈ ਪੈਂਦੀ ਹੈ, ਉਹਦੀਆਂ ਗੋਲੀਆਂ ਬਣਾ ਕੇ ਫਿਰ ਉਹ ਬਹੁਤ ਸਾਰੀਆਂ ਕੰਪਨੀਆਂ ਨੇ ਅੱਜ ਕੱਲ੍ਹ ਬਾਜ਼ਾਰ 'ਚ ਉਤਾਰੀਆਂ ਹੋਈਆਂ ਔਰ ਬੜੀਆਂ ਪਪੂਲਰ ਹੋ ਰਹੀਆਂ ਨੇ ਜੀ। ਤੇ ਵੈਦ ਜੀ, ਇਹਨੂੰ ਜਦੋਂ ਅਸੀਂ ਲੈ ਕੇ ਚੱਲਦੇ ਹਾਂ WHO ਵੱਲ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹ ਵੀ ਅੱਜ ਕੱਲ੍ਹ ਆਯੁਰਵੇਦ ਦੇ ਉੱਤੇ ਰਿਸਰਚ ਕਰ ਰਹੀ ਹੈ। ਮੈਂ ਤੁਹਾਡੇ ਕਈ ਸੈਮੀਨਾਰ ਤੁਹਾਨੂੰ ਦੇਖਿਆ ਆਨਲਾਈਨ, ਤੁਸੀਂ ਵੀ ਉਹਦੇ 'ਚ ਸ਼ਿਰਕਤ ਕਰਦੇ ਹੋ, ਭਾਰਤ ਸਰਕਾਰ ਵੱਲੋਂ ਵੀ ਹੁੰਦੇ ਆ ਤੇ WHO ਵੱਲੋਂ ਵੀ ਸੈਮੀਨਾਰ ਕੀਤੇ ਜਾ ਰਹੇ ਨੇ, ਰਿਸਰਚ ਕੀਤੀ ਜਾ ਰਹੀ ਹੈ। 2024 ਤੱਕ ਵੀ ਉਹਨਾਂ ਦੇ ਕੋਈ ਟੀਚੇ ਨੇ ਇਸ ਬਾਰੇ। ਇਹ ਕਿਸ ਪੱਧਰ ਤੱਕ ਰਿਸਰਚ ਜਾ ਚੁੱਕੇ? ਕਿੰਨੇ ਹਜ਼ਾਰਾਂ ਸਾਲਾਂ ਤੋਂ ਇਹ ਰਿਸਰਚ ਚੱਲੀ ਜਾਂਦੀ ਹੈ ਜੀ। ਜੀ ਜੀ ਜੀ। ਤੇ ਅੱਜ WHO ਵੀ ਉਹਦੀ ਰਿਸਰਚ ਕਰ ਰਿਹਾ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਦੇਖੋ, ਮੈਂ ਇੱਕ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਮੈਡੀਕਲ ਦਵਾਈਆਂ ਹੁੰਦੀਆਂ ਨੇ, ਇਹਨਾਂ 'ਤੇ ਜਦੋਂ ਰਿਸਰਚ ਹੁੰਦੀ ਹੈ, ਇਹਦੇ ਉੱਪਰ ਰਿਸਰਚ ਦੇ ਉੱਪਰ ਲਗਭਗ ਕੋਈ 200 ਤੋਂ ਲੈ ਕੇ 500 ਮਿਲੀਅਨ ਡਾਲਰ ਖਰਚਾ ਆਉਂਦਾ ਇੱਕ ਦਵਾਈ ਦੇ ਉੱਪਰ। ਲੇਕਿਨ ਉਹ ਖਰਚਾ ਕਰਨ ਤੋਂ ਬਾਅਦ ਇਹ ਗਰੰਟੀ ਨਹੀਂ ਹੁੰਦੀ ਵੀ ਉਹ ਦਵਾਈ ਜਿਹੜੀ ਹੈ ਉਹ ਲੰਬੇ ਸਮੇਂ ਲਈ ਚੱਲੇਗੀ ਜਾਂ ਨਹੀਂ ਚੱਲੇਗੀ, ਜਾਂ ਉਹਦਾ ਠੀਕ ਪ੍ਰਭਾਵ ਆਏਗਾ ਨਹੀਂ ਆਏਗਾ, ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ। ਇਹ ਸਾਰਾ ਕੁਝ ਮੈਟਰ ਕਰਦਾ, ਕਿਉਂਕਿ ਜੇ ਤੁਸੀਂ ਐਲੋਪੈਥਿਕ ਦਵਾਈਆਂ ਵੱਲ ਦੇਖੋ, ਜਿਹੜੀਆਂ ਦਵਾਈਆਂ 1950-60 ਦੇ ਵਿੱਚ ਆਈਆਂ ਸੀ ਉਹ ਅੱਜ ਆਬਸੋਲੀਟ ਹੋ ਚੁੱਕੀਆਂ, ਮਾਰਕੀਟ 'ਚੋਂ ਬਾਹਰ ਨਿਕਲ ਚੁੱਕੀਆਂ। ਇਸ ਤਰ੍ਹਾਂ ਹੀ ਜਿਹੜੀਆਂ 70-80 ਦੇ ਵਿੱਚ ਆਈਆਂ ਸੀ, ਈਵਨ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਉਹ ਵੀ ਜਿਹੜੀਆਂ ਆਬਸੋਲੀਟ ਹੋ ਗਈਆਂ। ਸੋ ਇਸ ਕਰਕੇ ਇਹ ਦਵਾਈਆਂ ਦੇ ਉੱਪਰ ਕੌਨਸਟੈਂਟ ਖਰਚਾ ਹੁੰਦਾ ਜਾਂਦਾ ਹੈ, ਲੇਕਿਨ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੀ ਹੈ ਨਹੀਂ ਐਲੋਪੈਥੀ ਦੇ ਵਿੱਚ। ਸੋ ਬਹੁਤ ਸਾਰੇ ਮੈਡੀਕਲ ਰਿਸਰਚਰ ਅੱਜ ਕੱਲ੍ਹ ਇਹ ਜਾਣਨਾ ਚਾਹੁੰਦੇ ਨੇ ਵੀ ਆਯੁਰਵੇਦ ਦੇ ਵਿੱਚ ਪੁਰਾਣੇ ਜ਼ਮਾਨੇ 'ਚ, ਅੱਜ ਤੋਂ 5000 ਸਾਲ ਪਹਿਲਾਂ, ਗਠੀਏ ਦਾ ਇਲਾਜ ਕਿਵੇਂ ਕਰਦੇ ਸੀ, ਅਸਥਮੇ ਦਾ ਕਿਵੇਂ ਕਰਦੇ ਸੀ, ਡਾਇਬਟੀਜ਼ ਦਾ ਕਿਵੇਂ ਕਰਦੇ ਸੀ, ਉਹ ਸਾਰੀਆਂ ਚੀਜ਼ਾਂ ਨੂੰ ਰਿਸਰਚ ਕਰਨ ਲਈ WHO ਵੀ ਅੱਗੇ ਆ ਗਿਆ। ਔਰ WHO ਨੇ ਭਾਰਤ ਦੇ ਵਿੱਚ ਇੱਕ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਆਯੁਰਵੈਦਿਕ ਮੈਡੀਸਨ ਇਹ ਜਾਮਨਗਰ 'ਚ ਸ਼ੁਰੂ ਕੀਤਾ ਹੈ, ਜਿੱਥੇ ਉਹ ਟ੍ਰੈਡੀਸ਼ਨਲ ਮੈਡੀਸਨ ਦੇ ਉੱਪਰ ਪ੍ਰੋਪਰ ਰਿਸਰਚ ਕਰਨਗੇ। ਬਹੁਤ ਵੱਡੀ ਟੀਮ ਉਹਨਾਂ ਨੇ ਉੱਥੇ ਸ਼ੁਰੂ ਕੀਤੀ ਹੈ ਔਰ ਉਹਦੇ ਉੱਪਰ ਗਵਰਨਮੈਂਟ ਆਫ ਇੰਡੀਆ ਨੇ ਵੀ ਕੋਈ 250-300 ਕਰੋੜ ਰੁਪਈਆ ਹਰ ਸਾਲ ਖਰਚਣ ਦਾ ਉਹਨਾਂ ਨੂੰ ਐਸ਼ੋਰੈਂਸ ਦਿੱਤੀ ਹੈ। ਸੋ ਇਸ ਕਰਕੇ ਇਹ ਬਹੁਤ ਬੜਾ ਇੱਕ ਪ੍ਰੋਜੈਕਟ ਹੈ WHO ਦਾ, ਜਿਹੜਾ ਕਿ ਦਵਾਈਆਂ ਦੇ ਉੱਪਰ ਖੋਜ ਕਰੇਗਾ। ਔਰ ਜਦੋਂ ਦਵਾਈਆਂ ਦੇ ਉੱਪਰ ਖੋਜ ਹੋ ਗਈ, ਫਿਰ ਉਹਦਾ ਭਾਰਤ ਦੇ ਕਿਸਾਨਾਂ ਤੱਕ ਵੀ ਬੈਨੀਫਿਟ ਹੋਏਗਾ, ਕਿਉਂਕਿ ਜਿਹੜੀਆਂ ਜੜੀ ਬੂਟੀਆਂ ਨੇ ਇਹ ਗਰੋ ਤਾਂ ਇੰਡੀਆ 'ਚ ਹੁੰਦੀਆਂ ਨੇ। ਹੁਣ ਜਿਹੜੀ ਤੁਲਸੀ ਹੈ, ਅਸ਼ਵਗੰਧਾ ਹੈ, ਕਾਲੀ ਮਿਰਚ ਹੈ, ਲੌਂਗ ਨੇ, ਇਲਾਇਚੀ ਹੈ, ਹਲਦੀ ਹੈ, ਇਹ ਸਾਰੀ ਇੰਡੀਆ 'ਚ ਗਰੋ ਹੁੰਦੀ ਹੈ। ਸੋ ਜੇ ਪੂਰੇ ਵਰਲਡ 'ਚ ਕੰਜ਼ਿਊਮ ਹੋਣ ਲੱਗੀ ਤਾਂ ਉਹਦਾ ਭਾਰਤ ਨੂੰ ਬਹੁਤ ਫਾਇਦਾ ਹੋਏਗਾ। ਤੇ ਵੈਦ ਜੀ, ਕੈਨੇਡਾ ਦੀ ਵੀ ਕੋਈ ਬਾਡੀ ਹੈ ਜਾਂ ਕੋਈ ਯੂਨੀਵਰਸਿਟੀ ਹੈ ਜਿਹੜੀ ਇੰਡੀਆ ਨਾਲ, ਕੋਈ ਇੰਡੀਅਨ ਯੂਨੀਵਰਸਿਟੀਜ਼ ਨਾਲ ਰਲ ਕੇ ਜਾਂ ਇੰਡੀਅਨ ਗਵਰਨਮੈਂਟ ਦੇ ਨਾਲ ਰਲ ਕੇ ਕੋਈ ਰਿਸਰਚ ਕਰਨਾ ਚਾਹੁੰਦੀ ਹੋਵੇ ਜੀ? ਜੀ ਜੀ ਜੀ, ਅਸੀਂ ਇੱਥੇ ਇੱਕ ਪ੍ਰਯਾਸ ਕੀਤਾ ਜੀ, ਕੈਨੇਡਾ ਇੰਡੀਆ ਫਾਊਂਡੇਸ਼ਨ ਐਂਡ ਕੌਂਸੂਲੇਟ ਜਨਰਲ ਆਫ ਇੰਡੀਆ ਟੋਰਾਂਟੋ, ਇਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਪ੍ਰਯਾਸ ਕੀਤਾ ਕਿ ਜਿਹੜੇ ਇੱਥੇ ਮੈਡੀਕਲ ਰਿਸਰਚਰਸ ਦਾ ਨੈਟਵਰਕ ਹੈ, ਜਿਹਨੂੰ ਅਸੀਂ ਯੂਨੀਵਰਸਿਟੀ ਹੈਲਥ ਨੈਟਵਰਕ ਕਹਿੰਦੇ ਹਾਂ, UHN, ਉਹਨਾਂ ਦਾ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਦਿੱਲੀ, ਇੱਕ ਜਿਹੜੀ ਬੜੀ ਨਵੀਂ ਇੰਸਟੀਟਿਊਸ਼ਨ ਬਣੀ ਹੈ, ਉਹਨਾਂ ਨਾਲ ਅਸੀਂ ਇੱਕ ਰਿਸਰਚ ਕੋਲੈਬੋਰੇਸ਼ਨ ਕਰਵਾਈ ਹੈ। ਇੱਕ MOU ਸਾਈਨ ਹੋਇਆ ਹੈ, ਜਿਹਦੇ ਵਿੱਚ UHN ਦੇ ਜਿਹੜੇ ਸਾਇੰਟਿਸਟ ਨੇ ਇਹ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਦਿੱਲੀ ਨਾਲ ਮਿਲ ਕੇ, ਇਕੱਠੇ ਮਿਲ ਕੇ ਰਿਸਰਚ ਕਰਨਗੇ ਆਯੁਰਵੈਦਿਕ ਦਵਾਈਆਂ ਉੱਪਰ,
4 ਏਰੀਆਜ਼ ਉਹਨਾਂ ਨੇ ਅਜੇ ਤੱਕ ਆਇਡੈਂਟੀਫਾਈ ਕੀਤੇ ਨੇ, ਜਿਹਦੇ ਵਿੱਚ ਕੈਂਸਰ ਦੇ ਉੱਪਰ ਰਿਸਰਚ ਹੋਏਗੀ, ਕਿਡਨੀ ਡਿਜ਼ੀਜ਼ ਨੇ ਉਹਨਾਂ ਦੇ ਉੱਪਰ ਰਿਸਰਚ ਹੋਏਗੀ, ਡਾਇਬੀਟੀਜ਼ ਦੇ ਉੱਪਰ ਹੋਏਗੀ ਔਰ ਮੈਟਾਬੋਲਿਕ ਸਿੰਡਰੋਮ ਇਹਦੇ ਉੱਪਰ ਰਿਸਰਚ ਹੋਏਗੀ। ਇਹ ਚਾਰੇ ਬਿਮਾਰੀਆਂ ਬਾਰੇ ਉਹਨਾਂ ਦਾ ਜਿਹੜੇ ਲਿਟਰੇਚਰ ਹੈ ਉਹ ਅਸੀਂ ਸ਼ੇਅਰ ਕਰਨੇ ਸ਼ੁਰੂ ਕਰਤੇ ਔਰ ਬੜੀ ਜਲਦੀ ਇਹਦੇ 'ਚ ਇੱਕ ਰਿਸਰਚ ਪ੍ਰੋਜੈਕਟ ਜਿਹੜਾ ਹੈਗਾ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋ ਜਾਏਗਾ ਜੀ। ਸੋ ਬੜੀ ਕਮਾਲ ਦੀ ਗੱਲ ਹੈ। ਇਹਦਾ ਮਤਲਬ ਆਯੁਰਵੇਦ ਸਾਡੇ ਭਾਰਤ ਦੀ ਸਾਇੰਸ ਇਸ ਵੇਲੇ ਵੈਸਟਰਨ ਦੁਨੀਆ ਦੇ ਵਿੱਚ ਵੀ ਚਮਤਕਾਰ ਆਪਣੇ ਦਿਖਾਉਣ ਨੂੰ ਤਿਆਰ ਹੈ। ਜੀ ਜੀ ਜੀ। ਤੇ ਵੈਜ ਇੱਕ ਪਿੱਛੇ ਜੇ ਮਾਈਕਲ ਟਿਬੋਲੋ ਨੇ ਜੀ, ਐਸੋਸੀਏਟ ਮਿਨਿਸਟਰ ਓਨਟਾਰੀਓ ਦੇ ਨੇ ਉਹ ਜੀ, ਮੈਂਟਲ ਹੈਲਥ ਦੇ ਜੀ ਜੀ, ਤਾਂ ਉਹ ਭਾਰਤ ਗਏ ਸੀਗੇ ਜੀ। ਜੀ ਜੀ। ਤੇ ਜਦੋਂ ਪ੍ਰਵਾਸੀ ਭਾਰਤੀ ਸੰਮੇਲਨ ਹੋਇਆ ਉਦੋਂ ਮੈਂ ਉਹਨਾਂ ਦੀਆਂ ਨਿਊਜ਼ ਦੇਖੀਆਂ, ਨਿਊਜ਼ ਆਈਟਮਸ ਦੇਖੀਆਂ, ਤੇ ਉਹਦੇ ਵਿੱਚ ਉਹਨਾਂ ਨੇ ਵੀ ਕੁਝ ਇੰਟਰਸਟ ਸ਼ੋ ਕੀਤਾ ਆ ਕਿ ਅਸੀਂ ਇੱਥੇ ਉੱਦਾਂ ਦੀ ਰਿਸਰਚ ਕਰਨੀ ਚਾਹ ਰਹੇ ਹਾਂ। ਜੀ ਜੀ ਜੀ। ਐਕਚੁਅਲੀ ਜਦੋਂ ਕੋਵਿਡ ਆਪਣੇ ਆਇਆ ਤਾਂ ਆਪਾਂ ਦੇਖਿਆ ਕਿ ਕੋਵਿਡ ਦੇ ਵਿੱਚ ਕਿੰਨੀ ਇਕਨੋਮੀ ਦਾ ਲਾਸ ਹੋਇਆ, ਕਿੰਨੇ ਲਾਈਵਸ ਚਲੇ ਗਈਆਂ, ਬਹੁਤ ਸਾਰੇ ਲੋਕਾਂ ਦੀ ਜੌਬ ਚਲੇ ਗਈਆਂ, ਚਾਰੇ ਪਾਸੇ ਸਟ੍ਰੈਸ ਹੀ ਸਟ੍ਰੈਸ ਵੱਧ ਗਿਆ। ਤਾਂ ਕੋਵਿਡ ਤੋਂ ਬਾਅਦ ਮੈਂਟਲ ਹੈਲਥ ਦੇ ਇਸ਼ੂ ਬਹੁਤ ਵੱਧ ਗਏ ਨੇ। ਐਂਗਜ਼ਾਇਟੀ, ਡਿਪਰੈਸ਼ਨ, ਬਾਈਪੋਲਰ ਡਿਜ਼ੀਜ਼, ਬਹੁਤ ਸਾਰੀਆਂ ਜਿਹੜੀਆਂ ਮਾਨਸਿਕ ਰੋਗ ਨੇ ਇਹ ਬਹੁਤ ਬੜੇ ਸਤਰ ਤੇ ਪੂਰੀ ਦੁਨੀਆ 'ਚ ਫੈਲ ਗਏ ਨੇ ਔਰ ਖਾਸ ਕਰਕੇ ਕੈਨੇਡਾ ਦੇ ਵਿੱਚ ਮੈਂਟਲ ਹੈਲਥ ਇਸ਼ੂ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੇ ਨੇ ਔਰ ਜਿਹੜਾ ਓਨਟਾਰੀਓ ਦੇ ਵਿੱਚ ਇੱਕ ਇੱਥੇ ਮੈਂਟਲ ਹੈਲਥ ਮਿਨਿਸਟਰੀ ਹੈ, ਉਹਦੇ ਮਿਨਿਸਟਰ ਨੇ ਮਿਸਟਰ ਮਾਈਕਲ ਟਿਬੋਲੋ, ਇਹ ਭਾਰਤ ਗਏ ਸੀ ਔਰ ਇਹਨਾਂ ਦਾ ਇੱਕੋ ਹੀ ਏਮ ਸੀ, ਇਹ ਜਾਣਨਾ ਚਾਹੁੰਦੇ ਸੀ ਕਿ ਇੰਡੀਆ ਦੇ ਵਿੱਚ ਲੋਕ ਕਿਸ ਤਰ੍ਹਾਂ ਮੈਂਟਲ ਹੈਲਥ ਦੇ ਇਸ਼ੂਜ਼ ਨੂੰ ਰਿਜ਼ੋਲਵ ਕਰਦੇ ਨੇ, ਕਿਸ ਤਰ੍ਹਾਂ ਮੈਨੇਜ ਕਰਦੇ ਨੇ। ਉਹਨਾਂ ਨਾਲ ਸਾਡੇ ਪੂਰੇ ਮੇਰੇ ਜਿੰਨੇ ਸਹਿਯੋਗੀ ਨੇ ਉਹ ਸਭ ਗਏ ਸੀ ਤੇ ਉਹਨਾਂ ਨੇ ਬਕਾਇਦਾ ਇੱਕ ਐਂਗਲ ਤੋਂ ਉਹਨਾਂ ਨੇ ਹਰ ਚੀਜ਼ ਨੂੰ ਸਟੱਡੀ ਕੀਤਾ ਕਿ ਯੋਗਾ ਨਾਲ ਅਸੀਂ ਕਿਵੇਂ ਮੈਂਟਲ ਹੈਲਥ ਨੂੰ ਠੀਕ ਰੱਖਦੇ ਹੈ, ਮੈਡੀਟੇਸ਼ਨ ਦਾ ਕੀ ਰੋਲ ਹੈ, ਡਿਪਰੈਸ਼ਨ, ਐਂਗਜ਼ਾਇਟੀ, ਬਾਈਪੋਲਰ ਡਿਜ਼ੀਜ਼ ਨੂੰ ਠੀਕ ਕਰਨ ਲਈ। ਫਿਰ ਆਯੁਰਵੇਦਾ ਉਹਨਾਂ ਨੇ ਬਕਾਇਦਾ ਸ਼ਿਰੋਧਾਰਾ, ਸਾਡੇ ਇੱਕ ਟ੍ਰੀਟਮੈਂਟ ਹੁੰਦਾ ਹੈ ਆਯੁਰਵੇਦ ਦੇ ਵਿੱਚ ਸ਼ਿਰੋਧਾਰਾ, ਜਿਹਦੇ 'ਚ ਪੇਸ਼ੈਂਟ ਨੂੰ ਲਿਟਾ ਕੇ ਉਹਦੇ ਫੋਰਹੈਡ ਤੇ ਆਇਲ ਇੱਕ ਸਟੀਮ ਦੀ ਫਾਰਮ ਦੇ ਵਿੱਚ, ਇੱਕ ਧਾਰ ਦੀ ਫਾਰਮ ਦੇ ਵਿੱਚ ਪਾਇਆ ਜਾਂਦਾ ਹੈ ਔਰ ਇਹ ਦੇਖਿਆ ਗਿਆ ਹੈ ਕਿ ਉਹ ਬਹੁਤ ਇਫੈਕਟਿਵ ਹੈ ਐਂਗਜ਼ਾਇਟੀ, ਡਿਪਰੈਸ਼ਨ, ਬਾਈਪੋਲਰ ਡਿਜ਼ੀਜ਼ ਨੂੰ ਠੀਕ ਕਰਨ ਦੇ ਵਿੱਚ। ਔਰ ਉਹਨਾਂ ਨੇ ਖੁਦ ਕਰਵਾ ਕੇ ਵੀ ਦੇਖਿਆ ਐਂਡ ਹੀ ਫਾਊਂਡ ਇਟ ਵੈਰੀ ਰਿਲੈਕਸਿੰਗ। ਔਰ ਮੈਨੂੰ ਪਤਾ ਲੱਗਿਆ ਕਿ ਬੜੀ ਜਲਦੀ ਮਾਈਕਲ ਟਿਬੋਲੋ ਜੀ ਇਸ ਬਾਰੇ ਕੁਝ ਸਟੈਪਸ ਵੀ ਲੈਣਗੇ ਕਿ ਕਿਵੇਂ ਇੰਡੀਆ ਦੀ ਜਿਹੜੀ ਟ੍ਰੈਡੀਸ਼ਨਲ ਸਿਸਟਮ ਆਫ ਮੈਡੀਸਨ ਹੈ, ਆਯੁਰਵੇਦਾ ਔਰ ਯੋਗਾ, ਇਹਨਾਂ ਨੂੰ ਮੈਂਟਲ ਹੈਲਥ ਦੇ ਵਿੱਚ ਕਿਵੇਂ ਜੋੜਿਆ ਜਾ ਸਕਦਾ ਹੈ। ਜੀ। ਤੇ ਵੈਜ ਜੀ ਮੈਨੂੰ ਲੱਗਦਾ ਜਿਹੜੀਆਂ ਚੀਜ਼ਾਂ ਅਸੀਂ ਭਾਰਤ ਦੇ ਵਿੱਚ ਅਕਸਰ ਸੁਣਦੇ ਹਾਂ ਕਿ ਜਿਹੜੀਆਂ ਚੀਜ਼ਾਂ ਐਲੋਪੈਥੀ ਦੇ ਵਿੱਚ ਕਈ ਵਾਰ ਨਹੀਂ ਹੱਲ ਹੁੰਦੀਆਂ, ਮੈਂਟਲ ਸਟ੍ਰੈਸ ਹੈ, ਯੋਗਾ, ਮੈਡੀਟੇਸ਼ਨ, ਉਹ ਬਾਹਰਲੇ ਮੁਲਕਾਂ 'ਚ ਵੀ, ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਉਹੀ ਇਲਾਜ ਨੇ ਉਹਨਾਂ ਦੇ। ਜੀ ਜੀ। ਪਰ ਉਹਦੇ ਨਾਲ ਜੇ ਫੂਡ ਸਪਲੀਮੈਂਟ ਮਿਲ ਜਾਂਦੇ ਨੇ ਜੀ, ਹੈ ਨਾ, ਤਾਂ ਉਹ ਹੋਰ ਜ਼ਿਆਦਾ ਸ਼ਾਂਤ ਕਰਦੇ ਨੇ। ਜਾਂ ਜੋ ਸਾਇੰਸ ਹੈ, ਸ਼ਿਰੋਧਾਰਾ ਦੀ ਤੁਸੀਂ ਗੱਲ ਕੀਤੀ ਹੈ, ਮੈਂ ਸ਼ਿਰੋਧਾਰਾ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿਉਂਕਿ ਸ਼ਿਰੋਧਾਰਾ ਕੇਰਲਾ ਦੇ ਵਿੱਚ ਖਾਸ ਕਰਕੇ ਬਹੁਤ ਫੇਮਸ ਹੈ ਜੀ। ਔਰ ਸਾਡੇ ਪੰਜਾਬ ਤੋਂ ਵੀ ਲੋਕ ਕੇਰਲਾ ਜਾਂ ਹੋਰ ਸਟੇਟਸ ਦੇ ਵਿੱਚ ਜਾਂਦੇ ਨੇ ਸ਼ਿਰੋਧਾਰਾ ਕਰਵਾਉਣ ਲਈ। ਉਹਦੇ ਬਾਰੇ ਜ਼ਰੂਰ ਲੋਕਾਂ ਨੂੰ ਦੱਸਿਓ ਵੀ ਉਹ ਚੀਜ਼ ਕੀ ਹੈ ਔਰ ਇੱਥੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਸ ਚੀਜ਼ ਦੀ ਤਾਂ ਉਹ ਕਿੱਥੇ ਜਾ ਕੇ ਤੁਹਾਨੂੰ ਮਿਲ ਸਕੇ ਜਾਂ ਕਿਹੜੇ ਕਲੀਨਿਕ ਦੇ ਵਿੱਚ ਜਾਵੇ ਜੇ ਉਹਨੂੰ ਸ਼ਿਰੋਧਾਰਾ ਦੀ ਲੋੜ ਹੈ ਔਰ ਉਹਦੇ ਫਾਇਦੇ ਕੀ ਨੇ। ਦੇਖੋ, ਸ਼ਿਰੋਧਾਰਾ ਇੱਕ ਟੈਕਨੀਕ ਹੈ ਜਿਹੜਾ ਕਿ 5000 ਸਾਲ ਪੁਰਾਣਾ ਟੈਕਨੀਕ ਹੈ। ਇਹਦੇ 'ਚ ਪੇਸ਼ੈਂਟ ਨੂੰ ਅਸੀਂ ਇੱਕ ਮਸਾਜ ਟੇਬਲ 'ਤੇ ਲਿਟਾ ਕੇ ਉਹਦੇ ਫੋਰਹੈਡ ਦੇ ਉੱਪਰ ਇੱਕ ਲਿਕੁਇਡ ਦੀ ਇੱਕ ਸਟਰੀਮ ਪਾਉਂਦੇ ਹਾਂ, ਧਾਰ ਪਾਉਂਦੇ ਹਾਂ। ਉਹ ਲਿਕੁਇਡ ਜਿਹੜੇ ਨੇ ਆਇਲ ਵੀ ਹੋ ਸਕਦੇ ਨੇ, ਉਹਦੇ ਵਿੱਚ ਬਟਰ ਮਿਲਕ ਵੀ ਹੋ ਸਕਦਾ ਹੈ, ਉਹ ਮਿਲਕ ਵੀ ਹੋ ਸਕਦਾ ਹੈ, ਜਾਂ ਈਵਨ ਜੜੀ ਬੂਟੀਆਂ ਦਾ ਕਾੜਾ ਵੀ ਹੋ ਸਕਦਾ ਜਿਹਨੂੰ ਅਸੀਂ ਕਵਾਥ ਜਾਂ ਡਿਕੋਕਸ਼ਨ ਕਹਿੰਦੇ ਹਾਂ। ਉਹ ਹਰ ਬਿਮਾਰੀ ਦਾ, ਹਰ ਪੇਸ਼ੈਂਟ ਦੀ ਪ੍ਰਕਿਰਤੀ ਦੇ ਮੁਤਾਬਕ ਉਹਦੀ ਸਿਲੈਕਸ਼ਨ ਕੀਤੀ ਜਾਂਦੀ ਹੈ। ਔਰ ਸ਼ਿਰੋਧਾਰਾ ਬਾਰੇ ਅਸੀਂ ਇੱਕ ਇੱਥੇ ਕੈਨੇਡਾ ਦੇ ਵਿੱਚ ਕੋਰਸ ਸਟਾਰਟ ਕੀਤਾ ਹੈ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਦੇ ਹਾਂ, ਖਾਸ ਕਰਕੇ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਜਿਵੇਂ ਰਜਿਸਟਰਡ ਮਸਾਜ ਥੈਰੇਪਿਸਟ ਨੇ, ਨੈਚੁਰੋਪੈਥ ਨੇ, ਸਾਈਕਾਈਟਰਿਸਟ ਨੇ, ਸਾਈਕੋਲੋਜਿਸਟ ਨੇ, ਕਾਇਰੋਪ੍ਰੈਕਟਰ ਨੇ। ਜੇ ਉਹ ਆਪਣੇ
ਆਪਣੇ ਟੈਕਨੀਕਸ ਦੇ ਵਿੱਚ ਕੋਈ ਐਡੀਸ਼ਨ ਕਰਨਾ ਚਾਹੁੰਦੇ ਨੇ, ਉਹਨਾਂ ਲਈ ਅਸੀਂ ਇੱਕ ਸ਼ਾਰਟ ਕੋਰਸ ਵੀ ਸ਼ੁਰੂ ਕੀਤਾ ਹੈ। 4 ਹਫ਼ਤੇ ਦਾ ਕੋਰਸ ਹੈ, ਸਿਰਫ ਵੀਕਐਂਡ ਦੀ ਸਟੱਡੀ ਕਰਨਾ ਹੈ। ਔਰ ਇਹ ਕੋਰਸ ਦੇ ਵਿੱਚ ਅਸੀਂ ਪੂਰੀ ਹੈਂਡ ਔਨ ਟ੍ਰੇਨਿੰਗ ਦਿੰਦੇ ਹਾਂ ਕਿ ਸ਼ਿਰੋਧਾਰਾ ਕਿਵੇਂ ਕਰਨੀ ਹੈ ਪੇਸ਼ੈਂਟ ਨੂੰ। ਔਰ ਸ਼ਿਰੋਧਾਰਾ ਤੇ ਤੁਸੀਂ ਜਿੰਨੇ ਦਰਸ਼ਕ ਆਪਣੇ ਇੰਟਰਸਟ ਲੈ ਰਹੇ ਨੇ ਇਸ ਟੌਪਿਕ ਦੇ ਵਿੱਚ, ਤੁਸੀਂ ਗੂਗਲ ਤੇ ਜਾ ਕੇ ਟਾਈਪ ਕਰੋ ਸ਼ਿਰੋਧਾਰਾ ਤੇ ਉਹਦੇ ਬੈਨੀਫਿਟਸ ਦੇਖੋ ਔਰ ਉਹਦੀ ਰਿਸਰਚ ਦੇਖੋ। ਈਵਨ ਜਾਪਾਨ ਨੇ ਤਾਂ ਇੱਕ ਕੰਪਿਊਟਰਾਈਜ਼ਡ ਰੋਬੋਟ ਵੀ ਬਣਾ ਦਿੱਤਾ ਹੈ ਜਿਹੜਾ ਸ਼ਿਰੋਧਾਰਾ ਕਰਦਾ ਹੈ। ਸੋ ਇਸ ਕਰਕੇ ਬਹੁਤ ਤੇਜ਼ੀ ਨਾਲ ਇਹ ਜਿਹੜਾ ਟੈਕਨੀਕ ਹੈ ਇਹ ਬੜਾ ਪਪੂਲਰ ਹੋ ਰਿਹਾ ਦੁਨੀਆ ਦੇ ਵਿੱਚ। ਇਹਦੀ ਅਸੀਂ ਟ੍ਰੇਨਿੰਗ ਜਿਹੜੀ ਹੈ ਕੈਨੇਡਾ ਦੇ ਵਿੱਚ ਸ਼ੁਰੂ ਕੀਤੀ ਹੈ। ਔਰ ਇੱਥੇ ਰਿਚਮੰਡ ਹਿੱਲ ਦੇ ਵਿੱਚ ਯੰਗ ਸਟਰੀਟ 'ਤੇ ਅਸੀਂ ਇੱਕ ਸੈਂਟਰ ਸ਼ੁਰੂ ਕੀਤਾ ਹੈ, ਬੈਸਟ ਆਯੁਰਵੇਦਾ ਮੈਂਟਲ ਹੈਲਥ ਕਲੀਨਿਕ ਸ਼ੁਰੂ ਕੀਤਾ ਹੈ। ਉਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਟਰੀਟ ਵੀ ਕਰਦੇ ਹਾਂ ਔਰ ਉੱਥੇ ਹੀ 4 ਹਫ਼ਤੇ ਦਾ ਜਿਹੜਾ ਕੋਰਸ ਹੈ ਸ਼ਿਰੋਧਾਰਾ ਦਾ ਉਹ ਵੀ ਅਸੀਂ ਕਰਵਾਉਂਦੇ ਹਾਂ ਜੀ। ਬੜੀ ਡਾਕਟਰ ਸਾਹਿਬ ਕਮਾਲ ਦੀ ਗੱਲ ਹੈ। ਤਾਂ ਤੁਸੀਂ ਛੁਪੇ ਰੁਸਤਮ ਨਿਕਲੇ, ਤੁਸੀਂ ਆਪ ਤਾਂ ਪ੍ਰੈਕਟਿਸ ਕਰਦੇ ਹੋ, ਨਾਲ ਤੁਸੀਂ ਲੋਕਾਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ। ਜੀ 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 ਕਿ ਜੀ ਤੁਸੀਂ ਪ੍ਰੈਕਟਿਸ ਕਰੋ ਤੇ ਅੱਗੇ ਦੀ ਅੱਗੇ ਜੀ ਜੀ ਆਯੁਰਵੇਦ ਦੇ ਰਾਹੀਂ ਤੁਸੀਂ ਸੇਵਾ ਕਰਦੇ ਜਾਓ। ਜੀ ਜੀ ਕਿਉਂਕਿ ਮੈਂ ਇੱਕ ਮਿਸ਼ਨ ਲੈ ਕੇ ਆਇਆ ਸੀ ਕਿ ਅਸੀਂ ਆਯੁਰਵੇਦਾ ਨੂੰ ਕੈਨੇਡਾ ਦੇ ਵਿੱਚ ਰਿਕੋਗਨਾਈਜ਼ ਕਰਾਉਣਾ ਹੈ। ਔਰ ਉਸ ਮਿਸ਼ਨ ਦੇ ਵਿੱਚ ਮੈਂ ਕਾਫੀ ਅੱਗੇ ਵੱਧ ਗਿਆ ਔਰ ਮੈਨੂੰ ਭਾਰਤ ਸਰਕਾਰ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ। ਸਾਡੇ ਇੱਥੇ ਹਾਈ ਕਮਿਸ਼ਨਰ ਜਿਹੜੇ ਨੇ ਇੰਡੀਆ ਦੇ, ਉਹਨਾਂ ਦਾ ਸਹਿਯੋਗ ਹੈ, ਕੌਂਸੂਲੇਟ ਆਫਿਸ ਦਾ ਸਹਿਯੋਗ ਹੈ। ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਲੈਕਚਰ ਸੀਰੀਜ਼ ਵੀ ਕਰਾ ਰਹੇ ਹਾਂ ਆਯੁਰਵੈਦਿਕ ਮੈਡੀਸਨ ਦੇ ਉੱਪਰ, ਜਿਹਦੇ ਨਾਲ ਆਯੁਰਵੈਦਿਕ ਜਿਹੜਾ ਸਿਸਟਮ ਹੈ ਇਹ ਬਹੁਤ ਤੇਜ਼ੀ ਨਾਲ ਪਪੂਲਰ ਹੋ ਰਿਹਾ ਜੀ। ਸੋ ਦਰਸ਼ਕੋ ਬੜੀ ਕਮਾਲ ਦੀ ਗੱਲ ਹੈ ਡਾਕਟਰ ਸਾਹਿਬ ਦਾ ਅੱਜ ਪਤਾ ਲੱਗਿਆ ਕਿ ਇਹਨਾਂ ਨੇ ਕੋਰਸ ਵੀ ਸਟਾਰਟ ਕਰ ਦਿੱਤਾ ਆ। ਸੋ ਇਹ ਆਪ ਤਾਂ ਪ੍ਰੈਕਟਿਸ ਕਰਦੇ ਨੇ ਤੇ ਨਾਲ ਲੋਕਾਂ ਨੂੰ ਸਿਖਾਉਣ ਵੀ ਲੱਗ ਗਏ ਨੇ। ਰਿਚਮੰਡ ਹਿੱਲ ਜਿੱਥੇ ਇਹਨਾਂ ਨੇ ਅਕੈਡਮੀ ਦਾ ਐਡਰੈਸ ਦੱਸਿਆ ਉਹ ਅਸੀਂ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਵਾਂਗੇ, ਜਾਂ ਕਿਸੇ ਨੇ ਜ਼ਿਕਰ ਕਰਨਾ ਹੋਵੇ ਡਾਕਟਰ ਸਾਹਿਬ ਦਾ ਫੋਨ ਨੰਬਰ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ। ਪਰ ਇੱਕ ਡਾਕਟਰ ਸਾਹਿਬ ਬੜੀ ਬੇਸਿਕ ਚੀਜ਼ ਹੈ ਜੀ, ਜਦੋਂ ਵੀ ਤੁਹਾਡੇ ਕੋਲੇ ਮੈਂ ਕਈ ਵਾਰੀ ਗਿਆ, ਕਈ ਵਾਰੀ ਮੈਂ ਦੇਖਿਆ ਕਿ ਤੁਸੀਂ ਪੇਸ਼ੈਂਟਸ ਨੂੰ ਦੇਖ ਰਹੇ ਹੁੰਦੇ ਹੋ ਤੇ ਆਮ ਹਕੀਮ ਨੇ ਜਿਹੜੇ ਵੈਦ ਨੇ ਉਹ ਪਹਿਲਾਂ ਨਾੜ ਫੜਦੇ ਆ ਜੀ। ਤੇ ਤੁਸੀਂ ਮੈਨੂੰ ਲੱਗਦਾ ਚਿਹਰਾ ਦੇਖ ਕੇ ਦੱਸ ਦਿੰਦੇ ਹੋ ਭਾਈ ਵੀ ਤੈਨੂੰ ਤਾਂ ਆਹ ਪ੍ਰੋਬਲਮ ਆਹ ਕਮਜ਼ੋਰੀ ਹੈ, ਤੇ ਉਹ ਨਾੜ ਦੇਖਣ ਦਾ ਕੀ ਮਕਸਦ ਹੁੰਦਾ ਹੈ ਜੀ? ਬੜੇ ਗੀਤ ਵੀ ਬਣੇ ਨੇ, ਬੜਾ ਫਿਲਮਾਂ 'ਚ ਵੀ ਆਇਆ ਜੀ ਇਹ ਚੀਜ਼ਾਂ। ਜੀ ਜੀ ਇਹ ਕੀ ਚੀਜ਼ ਹੈ ਜੀ? ਇਹ ਦੇਖੋ ਜਿਹੜੀ ਨਾੜ ਹੈ ਨਾ ਬੇਸਿਕਲੀ ਪਲਸ ਹੁੰਦੀ ਹੈ, ਇਹਨੂੰ ਅਸੀਂ ਪਲਸ ਡਾਇਗਨੋਸਿਸ ਕਹਿੰਦੇ ਹਾਂ। ਇਹ ਜਿਹੜੀਆਂ 3 ਉਂਗਲਾਂ ਨੇ ਇਹ ਵਾਤ ਪਿੱਤ ਕਫ 3 ਉਂਗਲਾਂ ਨੇ ਔਰ ਇਹ 3 ਉਂਗਲਾਂ ਦੇ ਵਿੱਚ ਅਸੀਂ ਅੱਗੇ 5 ਕੁਆਡਰੈਂਟ ਬਣਾ ਲੈਂਦੇ ਹਾਂ। ਸੋ 5 ਤਰ੍ਹਾਂ ਦੀ ਵਾਤ ਹੁੰਦੀ ਹੈ, 5 ਤਰ੍ਹਾਂ ਦੀ ਪਿੱਤ, 5 ਤਰ੍ਹਾਂ ਦੀ ਕਫ, ਇਹ 3 ਤਰ੍ਹਾਂ ਦੀਆਂ ਬਾਇਓ ਐਨਰਜੀਜ਼ ਹੁੰਦੀਆਂ ਨੇ। ਇਹ ਸਾਡੀ ਬਾਡੀ ਦੇ ਵਿੱਚ ਸਾਰੇ ਫੰਕਸ਼ਨਸ ਨੂੰ ਰੈਗੂਲੇਟ ਕਰਦੀਆਂ। ਉਹਨੂੰ ਅਸੀਂ ਆਈਡੈਂਟੀਫਾਈ ਕਰਦੇ ਹਾਂ ਜਦੋਂ ਪੇਸ਼ੈਂਟ ਦੀ ਅਸੀਂ ਪਲਸ ਦੇਖਦੇ ਹਾਂ, ਉੱਥੋਂ ਪਤਾ ਲੱਗ ਜਾਂਦਾ ਵੀ ਕਿੱਥੇ ਪੇਸ਼ੈਂਟ ਦੇ ਸਰੀਰ 'ਚ ਰੋਗ ਹੈ। ਜਿੱਥੇ ਤੱਕ ਮੇਰਾ ਸਵਾਲ ਹੈ, ਸਾਨੂੰ ਹੁਣ ਐਕਸਪੀਰੀਅੰਸ ਹੋ ਗਿਆ, ਮੈਨੂੰ 35 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਔਰ ਮੇਰੇ ਪਿਤਾ ਜੀ ਵੀ ਵੈਦ ਸੀਗੇ, ਉਹਨਾਂ ਦੇ ਵੀ ਪਿਤਾ ਜੀ ਅੱਗੇ ਵੈਦ ਸੀ। ਇਸ ਕਰਕੇ ਸਾਨੂੰ ਕੁਝ ਖਾਨਦਾਨੀ ਵੀ ਇਹ ਸ਼ਫਾ ਮਿਲੀ ਹੋਈ ਹੈ ਜਿਹਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਬਿਮਾਰੀ ਹੈ ਔਰ ਫਿਰ ਉਹਦਾ ਕਿਸ ਤਰ੍ਹਾਂ ਦਾ ਇਲਾਜ ਕਰਨਾ ਹੈ। ਉਹ ਸਾਰੀ ਸਾਡੀ ਪੜ੍ਹਾਈ ਇਹ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ ਜੀ। ਵੈਸੇ ਤਾਂ ਡਾਕਟਰ ਸਾਹਿਬ ਮੇਰਾ ਅਖੀਰਲਾ ਕੁਐਸਚਨ ਮੈਂ ਲਿਖਿਆ ਹੋਇਆ ਸੀਗਾ, ਅੱਧੀਆਂ ਚੀਜ਼ਾਂ ਤਾਂ ਤੁਸੀਂ ਉਹਦੇ 'ਚੋਂ ਦੱਸ ਚੁੱਕੇ ਨੇ ਕਿਉਂਕਿ ਤੁਸੀਂ ਮੇਰੇ ਸਵਾਲ ਤੋਂ ਵੱਧ ਜਵਾਬ ਦੇ ਚੁੱਕੇ ਹੋ। ਪਰ ਫਿਰ ਵੀ ਇੱਕ ਸਵਾਲ ਮੇਰਾ ਹੈਗਾ, ਬੀਇੰਗ ਕੈਨੇਡੀਅਨ ਜੀ, ਭਾਰਤੀ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਵਸੇ ਨੇ ਜਾਂ ਏਸ਼ੀਅਨਸ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਵਸੇ ਨੇ, ਬੀਇੰਗ ਕੈਨੇਡੀਅਨ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਲੋਕਾਂ ਦੀ ਸੇਵਾ ਲਈ ਤੁਹਾਡੇ ਆਕੂਪੇਸ਼ਨ ਦੇ ਅਕੋਰਡਿੰਗ, ਵੀ ਆਯੁਰਵੇਦ ਦੇ ਮੁਤਾਬਕ ਜਾਂ ਆਯੁਰਵੇਦ ਦੀ ਨੌਲੇਜ ਲੈ ਕੇ ਸਾਨੂੰ ਬੀਇੰਗ ਕੈਨੇਡੀਅਨ ਕੈਨੇਡਾ ਲਈ ਸਾਨੂੰ ਕੀ ਕਰਨਾ ਚਾਹੀਦਾ? ਯਾਨੀ ਕਿ ਅਸੀਂ ਵੈਸਟਰਨ ਕੰਟਰੀਜ਼ ਨੂੰ ਜਿਹੜੀ ਸਾਡੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਕਰਮ ਭੂਮੀ ਹੈ ਜੀ ਇਸ ਵੇਲੇ, ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਜੀ? ਹੋਰ ਦੇਖੋ, ਇਹ ਤੁਹਾਡਾ ਸਵਾਲ ਬਹੁਤ ਹੀ ਜੈਨੂਇਨ ਸਵਾਲ ਹੈ ਔਰ ਬੜਾ ਇੰਪੋਰਟੈਂਟ ਸਵਾਲ ਹੈ। ਕੈਨੇਡਾ ਦੇ ਵਿੱਚ ਜਿਹੜਾ ਹੈਲਥ ਕੇਅਰ ਸਿਸਟਮ ਹੈ, ਤੁਸੀਂ ਵੀ ਐਗਰੀ ਕਰੋਗੇ ਵੀ ਇੱਥੇ ਹੈਲਥ ਕੇਅਰ ਇੱਕ ਤਾਂ ਪਹਿਲੀ ਗੱਲ ਗਵਰਨਮੈਂਟ ਵੱਲੋਂ ਆਪਰੇਟ ਹੁੰਦਾ ਹੈ, ਸਾਰਾ ਖਰਚਾ ਹੈਲਥ ਕੇਅਰ ਦਾ ਗਵਰਨਮੈਂਟ ਉਠਾਉਂਦੀ ਹੈ। ਲੇਕਿਨ ਬਹੁਤ ਸਾਰੀਆਂ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦਾ ਇਲਾਜ ਐਲੋਪੈਥਿਕ ਸਿਸਟਮ ਦੇ ਵਿੱਚ ਹਜੇ ਵੀ ਪੋਸੀਬਲ ਨਹੀਂ ਹੈ ਔਰ ਉਹਦੇ ਲਈ ਹੈਲਥ ਬਰਡਨ ਵੱਧਦਾ ਜਾ ਰਿਹਾ ਹੈ, ਸਰਕਾਰ 'ਤੇ ਵੀ ਭਾਰ ਵੱਧ ਰਿਹਾ ਹੈ। ਹੁਣ ਜਿਵੇਂ ਆਪਾਂ ਗੱਲ ਕੀਤੀ ਹੈ ਮੈਂਟਲ ਸਟ੍ਰੈਸ ਦੀ, ਆਪਾਂ ਆਮ ਦੇਖਦੇ ਹਾਂ ਵੀ ਮੈਂਟਲ ਸਟ੍ਰੈਸ ਜਿਹੜੀ ਹੈ ਇਕੱਲੀ ਮੈਡੀਟੇਸ਼ਨ ਨਾਲ ਹੀ ਫਰਕ ਪੈ ਜਾਂਦਾ, ਯੋਗਾ ਨਾਲ ਹੀ ਫਰਕ ਪੈ ਜਾਂਦਾ।
ਇਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਹੋਰ ਵੀ ਨੇ। ਡਿਪਰੈਸ਼ਨ ਦੀ, ਹੁਣ ਡਿਪਰੈਸ਼ਨ ਜਿਹੜਾ ਹੈ, ਇੱਕ ਵਾਰ ਐਂਟੀ ਡਿਪਰੈਸ਼ਨ ਸ਼ੁਰੂ ਹੋ ਗਿਆ ਉਹ ਚੱਲਦਾ ਰਹਿਣਾ ਹੈ। ਐਂਗਜ਼ਾਇਟੀ ਦੀ ਦਵਾਈ ਸ਼ੁਰੂ ਹੋ ਗਈ, ਚੱਲਦੀ ਰਹਿਣੀ ਹੈ। ਲੇਕਿਨ ਜੇ ਅਸੀਂ ਯੋਗਾ ਮੈਡੀਟੇਸ਼ਨ ਇਨਕੋਰਪੋਰੇਟ ਕਰ ਲਈਏ, ਉਸ ਪੇਸ਼ੈਂਟ ਦਾ ਵੀ ਖਰਚਾ ਘਟ ਜਾਣਾ ਹੈ ਔਰ ਸਰਕਾਰ ਦੇ ਉੱਪਰ ਜਿਹੜਾ ਬੋਝ ਬਣ ਰਿਹਾ ਹੈ ਉਹ ਵੀ ਘਟ ਰਿਹਾ ਹੈ ਜੀ। ਫਿਰ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ। ਮੈਟਾਬੋਲਿਕ ਸਿੰਡਰੋਮ ਬਿਮਾਰੀ ਹੈ, ਜਿਹਦੇ 'ਚ ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਇਹ ਇਕੱਠਾ ਵੱਧ ਜਾਂਦਾ ਹੈ। ਉਹਦੇ ਕਰਕੇ ਬਹੁਤ ਸਾਰਾ ਖਰਚਾ ਮਰੀਜ਼ ਨੂੰ ਵੀ ਤਕਲੀਫ ਹੋ ਰਹੀ ਹੈ ਔਰ ਸਰਕਾਰ 'ਤੇ ਵੀ ਭਾਰ ਆ ਰਿਹਾ ਹੈ। ਸੋ ਜੇ ਆਪਾਂ ਆਯੁਰਵੈਦਿਕ ਲਾਈਫ ਸਟਾਈਲਸ ਨੂੰ, ਆਯੁਰਵੈਦਿਕ ਆਹਾਰ ਨੂੰ, ਸਾਡਾ ਜਿਹੜਾ ਖਾਣ ਪੀਣ ਦਾ ਤਰੀਕਾ ਹੈ ਉਹਨੂੰ ਅਪਲਾਈ ਕਰੀਏ ਔਰ ਕੁਛ ਜਿਹੜੇ ਸਪਲੀਮੈਂਟਸ ਨੇ ਜਿਹੜੇ ਆਯੁਰਵੇਦਾ ਦੇ ਵਿੱਚ ਮੈਂਸ਼ਨ ਨੇ ਉਹਨਾਂ ਦਾ ਇਸਤੇਮਾਲ ਕਰੀਏ ਤਾਂ ਸਰਕਾਰ ਦੇ ਉੱਤੇ ਵੀ ਬੋਝ ਘਟ ਜਾਏਗਾ ਔਰ ਆਮ ਬੰਦੇ ਦੀ ਜਿਹੜੀ ਜੀਵਨ ਹੈ ਸੌਖਾ ਵੀ ਹੋ ਜਾਏਗਾ ਔਰ ਉਹਨਾਂ ਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਆਉਣਗੇ ਜੀ। ਜੀ ਸੋ ਵੈਦ ਜੀ, ਅਕਸਰ ਮੈਂ ਕਹਿੰਦਾ ਹੁੰਦਾ ਕਿ ਅਗਲੇ ਐਪੀਸੋਡ ਦੇ ਵਿੱਚ ਇੱਕ ਅਗਲੇ ਗੈਸਟ ਦੇ ਨਾਲ ਮਿਲਾਂਗੇ, ਪਰ ਮੈਂ ਇਸ ਐਪੀਸੋਡ ਦੇ ਵਿੱਚ, ਟੇਕ ਕੇਅਰ ਐਪੀਸੋਡ ਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਅਗਲੀ ਵਾਰ ਇੱਕ ਨਵੀਂ ਸਮੱਸਿਆ, ਯਾਨੀ ਕਿ ਜੋ ਮਨੁੱਖੀ ਸਰੀਰ ਨੂੰ ਸਮੱਸਿਆਵਾਂ ਹੁੰਦੀਆਂ ਨੇ, ਬਿਮਾਰੀਆਂ ਹੁੰਦੀਆਂ ਨੇ, ਉਸ ਦੇ ਨਾਲ ਰਿਲੇਟਡ ਗੱਲਾਂ ਕਰਾਂਗੇ। ਕੋਈ ਅਹਿਮ ਬਿਮਾਰੀਆਂ ਜਿਹੜੀਆਂ ਆਮ ਚੱਲਦੀਆਂ ਨੇ ਔਰ ਉਹਦਾ ਆਯੁਰਵੇਦ ਦੇ ਵਿੱਚ ਕੀ ਇਲਾਜ ਹੈ, ਕਿਸ ਤਰ੍ਹਾਂ ਅਸੀਂ ਘਰੇ ਬੈਠੇ ਇਲਾਜ ਕਰ ਸਕਦੇ ਹਾਂ, ਉਹਨਾਂ ਬਾਰੇ ਅਸੀਂ ਵੈਦ ਹਰੀਸ਼ ਵਰਮਾ ਜੀ ਨੂੰ ਦੁਬਾਰੇ ਜ਼ਰੂਰ ਇੱਕ ਵਾਰੀ ਸਟੂਡੀਓ ਦੇ ਵਿੱਚ ਆਮੰਤਰਿਤ ਕਰਨਾ ਚਾਹਾਂਗੇ। ਅੱਜ ਲਈ ਅਸੀਂ ਵੈਦ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਤੇ ਦੂਜਾ, ਡਿਸਕ੍ਰਿਪਸ਼ਨ ਦੇ ਵਿੱਚ ਵੈਦ ਜੀ ਦਾ ਫ਼ੋਨ ਨੰਬਰ ਵੀ ਲਿਖਿਆ ਹੋਇਆ ਹੈ ਜੀ, ਬਰੈਂਪਟਨ ਦਾ, ਤੇ ਉਹਨਾਂ ਦਾ ਲੋਕੇਸ਼ਨ ਵੀ ਅਸੀਂ ਲਿਖਾਂਗੇ ਜਿੱਥੇ ਸ਼ਿਰੋਧਾਰਾ ਦਾ ਕੋਰਸ ਇਹਨਾਂ ਨੇ ਸਟਾਰਟ ਕਰਵਾਇਆ ਜਾਂ ਸ਼ਿਰੋਧਾਰਾ ਇਹ ਪ੍ਰੈਕਟਿਸ ਕਰਦੇ ਨੇ। ਸੋ ਇਹਨਾਂ ਨੇ ਅੱਗੇ ਕਈ ਚੇਲੇ ਛੱਡ ਲਏ ਨੇ ਜੀ। ਔਰ ਇੱਕ ਵੈਦ ਜੀ, ਮੈਂ ਇੱਕ ਤੁਹਾਡਾ ਉਹ ਦੇਖਿਆ ਹੈ ਕਿ ਇੱਕ ਗੋਰਾ ਵੀ ਸ਼ਾਇਦ ਤੁਹਾਡਾ ਚੇਲਾ ਬਣਿਆ ਜਿਹੜਾ ਸ਼ਿਰੋਧਾਰਾ ਕਰਵਾ ਰਿਹਾ, ਜੋ ਬੜੀ ਕਮਾਲ ਦੀ ਗੱਲ ਹੈ ਜੀ ਜੀ ਜੀ। ਉਹਨਾਂ ਬਾਰੇ ਦੱਸੋਗੇ ਕੀ ਹੈ ਜੀ, ਕਿੱਦਾਂ ਉਹ ਇੱਧਰ ਇੰਟਰਸਟਿਡ ਹੋ ਗਏ ਆ? ਨਹੀਂ, ਅਸੀਂ ਇਹ ਇੱਥੇ ਕੋਰਸ ਹੁਣ ਗੋਰਿਆਂ ਲਈ ਲੈ ਕੇ ਆਏ ਹਾਂ। ਇਹ ਤਾਂ ਇੱਕ ਸ਼ੁਰੂਆਤ ਹੋਈ ਹੈ, ਸ਼ਿਰੋਧਾਰਾ ਦਾ ਕੋਰਸ ਹੈ। ਉਸ ਤੋਂ ਇਲਾਵਾ ਅਸੀਂ ਇੱਕ ਮੈਂਟਲ ਹੈਲਥ ਦਾ ਕੋਰਸ ਵੀ ਸ਼ੁਰੂ ਕਰ ਰਹੇ ਹਾਂ, ਜਿਹੜੇ ਇੱਥੇ ਦੇ ਸਾਈਕਾਇਟਰਿਸਟ ਨੇ, ਸਾਈਕੋਲੋਜਿਸਟ ਨੇ, ਉਹਨਾਂ ਲਈ ਰੋਲ ਆਫ ਯੋਗਾ ਐਂਡ ਮੈਡੀਟੇਸ਼ਨ ਇਨ ਮੈਂਟਲ ਹੈਲਥ। ਫਿਰ ਉਸ ਤੋਂ ਇਲਾਵਾ ਅਸੀਂ 2 ਸਾਲ ਦਾ ਡਿਪਲੋਮਾ, ਕੰਪਲੀਟ ਡਿਪਲੋਮਾ ਆਯੁਰਵੇਦਾ ਦਾ, ਜਿਹਦੇ 'ਚ ਤੁਸੀਂ 2 ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਆਯੁਰਵੇਦ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ। ਉਹ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਸਤੰਬਰ ਦੇ ਵਿੱਚ। ਸੋ ਇਹਦੇ ਕੋਰਸਿਸ ਪੂਰੇ ਲੈ ਕੇ ਆ ਰਹੇ ਹਾਂ। ਤੋ ਬਹੁਤ ਸਾਰੇ ਗੋਰੇ ਲੋਕ ਜਿਹੜੇ ਨੇ ਉਹ ਪ੍ਰੈਕਟਿਸ ਕਰਨਗੇ ਜੀ ਆਯੁਰਵੇਦ ਦੀ ਜੀ। ਸੋ ਬਹੁਤ ਬਹੁਤ ਧੰਨਵਾਦ ਵੈਦ ਹਰੀਸ਼ ਵਰਮਾ ਜੀ ਦਾ। ਤੇ ਅਸੀਂ ਵੈਦ ਜੀ ਸਾਡੇ ਦਰਸ਼ਕਾਂ ਵੱਲੋਂ ਵੀ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਜਦੋਂ ਇਹੋ ਜਿਹਾ ਪ੍ਰੋਗਰਾਮ ਅਸੀਂ ਦਿੰਦੇ ਹਾਂ ਜਿਹਦੇ ਨਾਲ ਮਨੁੱਖੀ ਸਰੀਰ ਸਿਹਤਮੰਦ ਰਹਿੰਦਾ ਆ, ਯਾਨੀ ਕਿ ਸਿਹਤਮੰਦ ਸਮਾਜ ਦੀ ਗੱਲ ਕਰਦੇ ਹਾਂ, ਤਾਂ ਸਾਡੇ ਦਰਸ਼ਕ ਵੀ ਉਹਨੂੰ ਐਪਰੀਸ਼ੀਏਟ ਕਰਦੇ ਨੇ। ਸਾਡੇ ਦਰਸ਼ਕਾਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।